ਇਹਨਾਂ ਦੇ ਕਹਿਣ ਦੇ ਵਿੱਚ ਨਹੀਂ ਆਉਂਦਾ ਹੈ ਜਾਂ 2 ਨੰਬਰ ਦਾ ਨਹੀਂ ਮਤਲਬ ਕਾਰੋਬਾਰ ਦੇ ਵਿੱਚ ਹਿੱਸਾ ਪਾਉਂਦਾ ਹੈ ਉੱਥੇ ਰੇਡ ਕਰ ਦਿੰਦੇ। ਜੇਕਰ ਮੰਨ ਲਓ ਕੋਈ ਲਾਇਸੈਂਸ ਦੇ ਵਿੱਚ ਕੋਈ ਗੜਬੜੀ ਹੈ ਜਾਂ ਕੋਈ ਐਕਸਪਾਇਰੀ ਹੈ ਜਾਂ ਕੁਝ ਹੈ ਤੇ ਸਾਰਾ ਮਸਲਾ ਜੋ ਹੈ ਐਕਸਾਈਜ਼ ਮਹਿਕਮੇ ਦਾ ਹੁੰਦਾ ਹੈ। ਇਹ ਲੋਕਲ ਪੁਲਿਸ ਨਹੀਂ डिसाइड करेगी कि किस दा बिजनेस चलाना है, किस दा बिजनेस खराब करना है। ਅੰਮ੍ਰਿਤਸਰ ਰਣਜੀਤ ਐਵੇਨਿਊ ਦਾ ਹੌਪਰਸ ਰੈਸਟੋਰੈਂਟ ਇੱਕ ਵਾਰ ਫਿਰ ਸੁਰਖੀਆਂ 'ਚ। ਸਤਿ ਸ਼੍ਰੀ ਅਕਾਲ, ਆਪਣਾ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਹੁਣ ਤੱਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੇ, ਜਿੱਥੇ ਪਿਛਲੇ ਹਫਤੇ ਹੌਪਰਸ ਰੈਸਟੋਰੈਂਟ ਤੇ ਪੁਲਿਸ ਵੱਲੋਂ ਰੇਡ ਮਾਰੀ ਗਈ ਸੀ ਕਿਉਂਕਿ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ, ਜਿਸ ਦੀ ਇਜਾਜ਼ਤ ਕਾਨੂੰਨ ਦੇ ਤੌਰ ਤੇ ਨਹੀਂ ਹੈ। ਤੇ ਹੁਣ ਇਸ ਰੈਸਟੋਰੈਂਟ ਦਾ ਫਿਰ ਇੱਕ ਵਾਰੀ ਮਾਮਲਾ ਗਰਮਾਇਆ ਹੈ, ਜਿੱਥੇ ਬੀਤੇ ਦਿਨ ਇੱਥੇ ਰੇਡ ਮਾਰੀ ਗਈ ਅਤੇ ਨਾਬਾਲਿਗ ਬੱਚਾ ਇੱਥੇ ਸ਼ਰਾਬ ਪੀਂਦੇ ਫੜਿਆ ਗਿਆ। ਉੱਥੇ ਹੀ ਰੈਸਟੋਰੈਂਟ ਦੇ ਹੱਕ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਮੀਡੀਆ ਅੱਗੇ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ। ਉਹਨਾਂ ਦਾ ਕਹਿਣਾ ਹੈ ਕਿ ਇਸ ਰੈਸਟੋਰੈਂਟ ਤੇ ਜਾਣ ਬੁੱਝ ਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੈਸਟੋਰੈਂਟ ਮਾਲਿਕ ਦਾ ਕਹਿਣਾ ਹੈ ਕਿ ਉੱਥੇ ਇੱਕ ਸਰਦਾਰ ਬੰਦਾ ਆਇਆ ਸੀ ਜਿਸਨੇ ਸ਼ਰਾਬ ਮੰਗੀ ਸੀ। ਉਸਨੇ ਸ਼ਰਾਬ ਮੰਗੀ ਅਤੇ ਉਸਨੇ ਨਾਲ ਹੀ ਬੈਠੇ ਨਾਬਾਲਿਗ ਬੱਚੇ ਨੂੰ ਸ਼ਰਾਬ ਦੇਤੀ, ਜਿਸ ਦੇ ਬਾਅਦ ਉਸਨੇ ਨਾਲ ਹੀ ਪੁਲਿਸ ਨੂੰ ਫੋਨ ਕਰਕੇ ਉੱਥੇ ਸੱਦ ਲਿਆ ਅਤੇ ਉਸ ਤੋਂ ਬਾਅਦ ਦਾ ਮਾਮਲਾ ਇਹੀ ਸੀ ਕਿ ਪੁਲਿਸ ਨੇ ਨਾਬਾਲਿਗ ਬੱਚੇ ਨੂੰ ਸ਼ਰਾਬ ਪੀਂਦੇ ਫੜ ਲਿਆ। ਤੇ ਉੱਥੇ ਹੀ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸ਼ਰਾਬ ਤੇ ਸਿਰਫ ਸਰਦਾਰ ਨੂੰ ਪਰੋਸੀ ਗਈ ਸੀ, ਨਾਬਾਲਿਗ ਵੱਲੋਂ ਸਰਦਾਰ ਵੱਲੋਂ ਹੀ ਉਸ ਨੂੰ ਦਿੱਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਰੈਸਟੋਰੈਂਟ ਨੂੰ ਜਾਣ ਬੁੱਝ ਕੇ ਬੰਦ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਅਤੇ ਪੁਲਿਸ ਮਹਿਕਮੇ ਵੱਲੋਂ। ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਮਿਸ਼ਨਰ ਨੋਨੀਹਾਲ ਸਿੰਘ ਨਾਲ ਗੱਲ ਕਰਕੇ ਇਸ ਦੇ ਉੱਤੇ ਇਨਕੁਆਇਰੀ ਇੱਕ ਵਾਰੀ ਫਿਰ ਮਾਰਕ ਕਰਵਾ ਲਈ ਹੈ। ਰੈਸਟੋਰੈਂਟ ਦਾ ਮਸਲਾ ਹੈ, ਤੁਸੀਂ ਦੇਖੋਗੇ ਕਿ ਇੱਕ ਹੌਪਰਸ ਕਰਕੇ ਹੈ ਜੀ ਰੈਸਟੋਰੈਂਟ, 2 FIR ਹੋ ਗਏ ਜੀ, 2 FIR ਹੋਏ, ਉਹਨਾਂ ਨੂੰ ਟਾਰਗੇਟ ਕੀਤਾ ਗਿਆ ਜਾਣਬੁੱਝ ਕੇ। ਜੇਕਰ ਮੰਨ ਲਓ ਕੋਈ ਲਾਇਸੈਂਸ ਦੇ ਵਿੱਚ ਕੋਈ ਗੜਬੜੀ ਹੈ ਜਾਂ ਕੋਈ ਐਕਸਪਾਇਰੀ ਹੈ ਜਾਂ ਕੁਝ ਹੈ ਤੇ ਸਾਰਾ ਮਸਲਾ ਜੋ ਹੈ ਐਕਸਾਈਜ਼ ਮਹਿਕਮੇ ਦਾ ਹੁੰਦਾ ਹੈ ਜੀ, ਐਕਸਾਈਜ਼ ਮਹਿਕਮੇ ਦਾ ਹੁੰਦਾ ਹੈ। ਐਕਸਾਈਜ਼ ਕਾਰਵਾਈ ਕਰੇ। ਜੇਕਰ ਉਹ ਪਰਮਿਟ ਲੈ ਕੇ ਲਿਕਰ ਲੈ ਕੇ ਆ ਰਹੇ ਨੇ, ਕਿਉਂਕਿ ਬਗੈਰ ਪਰਮਿਟ ਕਿਸੇ ਵੀ ਠੇਕੇ ਤੋਂ ਉਹਨਾਂ ਨੂੰ ਮਿਲ ਨਹੀਂ ਸਕਦਾ ਹੈ। ਨਿੱਜੀ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਬਾਹਰ ਇਹ ਸਾਰਾ ਚੀਜ਼ ਦੇ ਮਤਲਬ ਹੱਕ ਦੇ ਵਿੱਚ ਨਹੀਂ ਹੁੰਦਾ ਹਾਂ। ਨਿੱਜੀ ਤੌਰ ਤੇ ਇਹਨਾਂ ਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਮੈਂ ਬਾਹਰ ਕਲਚਰ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਹਾਂ ਨਿੱਜੀ ਤੌਰ ਤੇ। ਲੇਕਿਨ ਜੇਕਰ ਸਰਕਾਰੀ ਤੌਰ ਤੇ ਅਲਾਉ ਕੀਤਾ ਗਿਆ ਹੈ ਤਾਂ ਹਰ ਵਿਅਕਤੀ ਨੂੰ ਬਿਜ਼ਨਸ ਕਰਨ ਦਾ ਅਧਿਕਾਰ ਹੈ। ਇਹ ਲੋਕਲ ਪੁਲਿਸ ਨਹੀਂ डिसाइड करेगी कि किस ਦਾ ਬਿਜ਼ਨਸ ਚਲਾਉਣਾ ਹੈ, ਕਿਸ ਦਾ ਬਿਜ਼ਨਸ ਖਰਾਬ ਕਰਨਾ ਹੈ। ਪਿਕ ਐਂਡ ਚੂਜ਼ ਦਾ ਜਿਹੜਾ ਸਿਸਟਮ ਪੁਲਿਸ ਨੇ ਅਡਾਪਟ ਕੀਤਾ ਹੈ, ਇਹ ਸ਼ੁਰੂ ਤੋਂ ਹੀ ਖਾਸ ਕਰਕੇ ਰਣਜੀਤ ਐਵੇਨਿਊ ਜੋ ਥਾਣਾ ਹੈ ਇਹ ਆਪਣੇ ਹਿਸਾਬ ਦੇ ਨਾਲ ਡਿਕਟੇਟਰਸ਼ਿਪ ਕਰਦੇ ਨੇ। ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਘਟਨਾ ਆਈ ਸੀਗੀ ਤਾਂ ਮੈਂ ਸਿੰਪਲੀ ਉਦੋਂ ਦੇ DGP ਸਾਹਿਬ ਦੀ ਨੋਟਿਸ ਦੇ ਵਿੱਚ ਮੈਂ ਗੱਲ ਲਿਆਂਦੀ ਸੀ ਕਿ ਤੁਸੀਂ ਇਹ ਠੀਕ ਕਰ ਲਓ। ਬਾਅਦ ਦੇ ਵਿੱਚ ਉਹਨਾਂ ਨੇ SHO ਨੂੰ ਬਦਲ ਦਿੱਤਾ ਸੀ। ਹਾਲਾਂਕਿ ਮੈਂ ਬਦਲੀ ਵਾਸਤੇ ਜਾਂ ਉਹ ਕੁਝ ਨਹੀਂ ਕਿਹਾ ਸੀ, ਮੈਂ ਤਾਂ ਇਹੀ ਕਿਹਾ ਸੀ ਕਿ ਤੁਸੀਂ ਸਿਸਟਮ ਨੂੰ ਠੀਕ ਕਰ ਲਓ। ਤੇ ਉਹਨਾਂ ਨੇ ਪੜਤਾਲ ਕਰਵਾਈ ਸੀ। ਪੜਤਾਲ ਕਰਵਾਉਣ ਤੋਂ ਬਾਅਦ SHO ਦੀ ਗਲਤੀ ਸਾਬਿਤ ਹੋਈ ਸੀਗੀ, ਉਸ SHO ਦੀ ਬਦਲੀ ਹੋ ਗਈ ਸੀਗੀ। ਮੈਂ ਉਦੋਂ DGP ਸਾਹਿਬ ਦੀ ਨੋਟਿਸ ਦੇ ਵਿੱਚ ਗੱਲ ਲਿਆਂਦੀ ਸੀ। ਲੇਕਿਨ ਜੋ ਰਣਜੀਤ ਐਵੇਨਿਊ ਥਾਣਾ ਹੈ ਇਹ ਆਮ ਹੀ ਦੇਖੋ ਬੇਸਿਕਲੀ ਕਾਰੋਬਾਰ ਇਹਨਾਂ ਦਾ ਚੱਲਦਾ ਹੈ ਜੀ, ਕਾਰੋਬਾਰ ਇਹਨਾਂ ਦਾ ਚੱਲਦਾ ਹੈ। ਅੱਜ ਨਹੀਂ ਸਾਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਜੀ। ਇਹਨਾਂ ਨੇ ਸਿਸਟਮ ਬਣਾਇਆ ਹੋਇਆ ਹੈ, ਇਹਨਾਂ ਨੇ ਆਪਣੇ ਏਜੰਟ ਰੱਖੇ ਹੋਏ ਨੇ, ਵਸੂਲੀ ਕਰਦੇ ਨੇ, ਗਲਤ ਕੰਮ ਕਰਵਾਉਂਦੇ ਨੇ। ਜੋ ਇਹਨਾਂ ਦੇ ਕਹਿਣ ਦੇ ਵਿੱਚ ਨਹੀਂ ਆਉਂਦਾ ਹੈ ਜਾਂ 2 ਨੰਬਰ ਦਾ ਨਹੀਂ ਮਤਲਬ ਕਾਰੋਬਾਰ ਦੇ ਵਿੱਚ ਹਿੱਸਾ ਪਾਉਂਦਾ ਹੈ ਉੱਥੇ ਰੇਡ ਕਰ ਦਿੰਦੇ ਨੇ। ਤਾਂ ਹੌਪਰਸ ਦੇ ਉੱਤੇ ਜਿਹੜਾ ਰੇਡ ਹੋਇਆ ਸੀ ਉਹਨੂੰ ਜਾਣਬੁੱਝ ਕੇ ਕਿਸੇ ਦੇ ਕਹਿਣ ਤੇ ਟਾਰਗੇਟ ਕੀਤਾ ਗਿਆ ਸੀ। ਬਿਜ਼ਨਸ ਰਾਈਵਲਰੀ ਹੁੰਦੀ ਹੈ, A B C D E ਕਈ ਲੋਕੀ ਹੁੰਦੇ ਨੇ, ਲੇਕਿਨ ਜੇਕਰ ਪੁਲਿਸ ਜਾਣਬੁੱਝ ਕੇ ਟਾਰਗੇਟ ਕਰੇ, ਸੇਮ ਮਤਲਬ ਮੰਨ ਲਓ ਜੋ ਕਮੀ ਸੀਗੀ ਸੇਮ ਕਮੀ ਹੌਪਰਸ ਦੇ ਵਿੱਚ ਸੀਗੀ, ਮੈਂ ਉਹਨਾਂ ਦੀ ਕੋਈ ਤਰਫਦਾਰੀ ਨਹੀਂ ਕਰਦਾ ਹਾਂ। ਮੈਂ ਦੁਬਾਰਾ ਬੋਲਦਾ ਹਾਂ ਕਿ ਸਾਰੇ ਹੋਟਲ ਰੈਸਟੋਰੈਂਟ ਵਾਲਿਆਂ ਨੂੰ ਪਤਾ ਹੈ ਕਿ ਮੈਂ ਬਾਹਰ ਕਲਚਰ ਦੇ ਹੱਕ ਦੇ ਵਿੱਚ ਨਹੀਂ ਹਾਂ। ਲੇਕਿਨ ਮੰਨ ਲਓ ਜੇਕਰ ਸਾਰੇ ਬਿਜ਼ਨਸ ਕਰ ਰਹੇ ਨੇ, ਕੋਈ ਕਮੀ ਬੇਸੀ ਹੈ ਤੇ ਐਕਸਾਈਜ਼ ਮਹਿਕਮਾ ਹੈ ਜੀ ਇਹਨੂੰ ਦੇਖਣ ਵਾਸਤੇ। और पुलिस ਨੂੰ ਇਹ ਪਾਵਰ ਨਹੀਂ ਹੈ ਕਿ ਜਾ ਕੇ ਲਾਇਸੈਂਸ ਚੈੱਕ ਕਰੇ। ਮੰਨ ਲਓ ਉਹਨਾਂ ਦੇ ਕੋਲ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਮੈਂ 2020-21 ਦਾ ਵੀ ਚੈੱਕ ਕੀਤਾ, 21-22 ਦਾ ਵੀ ਚੈੱਕ ਕੀਤਾ, 22-23 ਦਾ ਵੀ ਚੈੱਕ ਕੀਤਾ, 23-24 ਦਾ ਵੀ ਚੈੱਕ ਕੀਤਾ। ਲਾਇਸੈਂਸ ਹੈ,
ਜਦੋਂ ਮੋਬਾਈਲ ਦੇ ਵਿੱਚ ਮੰਨ ਲਓ ਦਿਖਾਉਣ ਦਾ ਪ੍ਰयास ਕਰ ਰਹੇ ਨੇ, ਉਹ ਮੋਬਾਈਲ ਲੈ ਰਹੇ ਨੇ ਜੀ। ਉਸ ਦਿਨ ਜਿਹੜੀ ਰਿਕਵਰੀ ਹੋਈ ਹੈ ਉਹ ਰਿਕਵਰੀ ਵੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ। ਜੋ ਜ਼ਿਆਦਾ ਕਾਸਟਲੀ ਮਟੀਰੀਅਲ ਸੀਗਾ ਉਹ ਸਾਰਾ ਪੁਲਿਸ ਨੇ ਆਪਣੇ ਕੋਲ ਰੱਖ ਲਿਆ ਜੀ। ਜੋ ਸੀਜ਼ਰ ਮੈਮੋ ਬਣਾਇਆ ਗਿਆ, ਸੀਜ਼ਰ ਮੈਮੋ ਦੇ ਵਿੱਚ ਉਹ ਸਾਰਾ ਚੀਜ਼ ਨਹੀਂ ਸੀਗਾ। ਮੌਕੇ ਤੇ ਦੇਖੋ, ਜੇਕਰ SHO ਦੀ ਐਂਟਰੀ ਹੁੰਦੀ ਹੈ ਔਰ ਮੁਕਦਮਾ ਇੱਕ ASI ਵੱਲੋਂ ਦਰਜ ਕੀਤਾ ਜਾਂਦਾ ਹੈ ਔਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਹੈ FIR ਦੇ ਵਿੱਚ ਕਿ SHO ਸਾਹਿਬ ਨੂੰ ਇਤਲਾ ਦਿੱਤੀ ਗਈ ਜੀ। ਸਾਰਾ ਕੁਝ, ਸਾਰਾ ਡਾਕੂਮੈਂਟਸ ਮੇਰੇ ਕੋਲ ਹੈ, FIR ਦੀ ਕਾਪੀ, ਸਭ ਕੁਝ ਰੇਡ ਹੀ SHO ਵੱਲੋਂ ਕੀਤਾ ਜਾ ਰਿਹਾ ਹੈ ਔਰ FIR ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ SHO ਨੂੰ ਇਤਲਾ ਦਿੱਤੀ ਗਈ। ਠੀਕ ਹੈ ਜੀ। ਤੇ ਇਹ ਸਾਰਾ ਜਿਹੜਾ ਸਿਸਟਮ ਹੈ ਜਾਣਬੁੱਝ ਕੇ ਕਿਸੇ ਨੂੰ ਟਾਰਗੇਟ ਕਰਨਾ, ਇਹ ਗਲਤ ਗੱਲ ਹੈ ਜੀ। ਇਹ ਦੇਖੋ, ਇਹ ਹੋਇਆ 29 ਤੇ 30 ਵਾਲੀ ਦਰਮਿਆਨੀ ਰਾਤ ਨੂੰ। ਠੀਕ ਹੈ, ਇੱਕ ਮੁਕਦਮਾ ਦਰਜ ਹੋ ਗਿਆ ਜੀ। ਉਸ ਤੋਂ ਬਾਅਦ ਦੇਖੋ ਇਹ ਲੋਕ ਪਰੇਸ਼ਾਨ ਹੋਏ। ਮੈਂ ਵੀ ਪੁਲਿਸ ਵਾਲਿਆਂ ਦੇ ਨਾਲ ਗੱਲ ਕੀਤੀ ਕਿ ਦੇਖੋ ਕਿਸੇ ਨੂੰ ਨਜਾਇਜ਼ ਟਾਰਗੇਟ ਨਹੀਂ ਕਰਨਾ ਚਾਹੀਦਾ ਹੈ। ਜੇਕਰ ਸਾਰੇ ਬਿਜ਼ਨਸ ਕਰ ਰਹੇ ਨੇ ਤਾਂ ਬਿਜ਼ਨਸ ਤੁਸੀਂ ਕਰਨ ਦਿਓ। ਪੁਲਿਸ ਦਾ ਕੰਮ ਹੈ ਪ੍ਰੋਟੈਕਸ਼ਨ ਦੇਣਾ। ਰਣਜੀਤ ਐਵਨਿਊ ਏਰੀਆ ਦੇ ਵਿੱਚ ਤੁਸੀਂ ਦੇਖੋ ਚੋਰੀ, ਸਨੈਚਿੰਗ ਔਰ ਕਾਰ ਲਿਫਟਿੰਗ, ਇਸ ਤਰ੍ਹਾਂ ਦੀਆਂ ਘਟਨਾਵਾਂ ਤੁਸੀਂ ਦੇਖੋ ਬਹੁਤ ਜ਼ਿਆਦਾ ਵੱਧ ਗਈਆਂ ਨੇ ਔਰ ਆਮ ਲੋਕੀ ਪੁਲਿਸ ਦੇ ਕੋਲ ਜਾਣਾ ਵੀ ਪਸੰਦ ਨਹੀਂ ਕਰਦੇ। ਮੈਂ ਚਿੱਠੀ ਵੀ ਲਿਖੀ ਹੋਈ ਹੈ ਇਸ ਸੰਬੰਧ ਦੇ ਵਿੱਚ ਕਿ ਪੁਲਿਸ ਦਾ ਕੰਮ ਹੈ ਜਨਤਾ ਦੀ ਰਾਖੀ ਕਰਨਾ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਕਿਸੇ ਦਾ ਬਿਜ਼ਨਸ ਪ੍ਰਮੋਟ ਕਰਨਾ, ਕਿਸੇ ਦਾ ਬਿਜ਼ਨਸ ਡਿਮੋਟ ਕਰਨਾ, ਇਹ ਪੁਲਿਸ ਦਾ ਕੰਮ ਨਹੀਂ ਹੈ। ਪੁਲਿਸ ਨੂੰ ਇਸ ਚੀਜ਼ ਦੇ ਵਿੱਚ ਨਹੀਂ ਪੈਣਾ ਚਾਹੀਦਾ ਸੀ। ਇਹਨਾਂ ਨੇ ਫਿਰ 2 ਤਰੀਕ ਨੂੰ ਕੀ ਕੀਤਾ, एक मुकदमा गलत दर्ज हो गया। इन्होंने पता है कि गलत दर्ज हो गया। एक्साइज महकमे ने भी ये कह दिता कि मुकदमा गलत दर्ज होया है। फिर इन्होंने 2 तरीक ਨੂੰ ਕੀ ਕੀਤਾ कि एक व्यक्ति ਨੂੰ ਭੇਜ ਕੇ ਉਹਨਾਂ ਦੇ ਨਾਲ ਹੋ ਸਕਦਾ ਹੈ ਕਿ ਨਾਬਾਲਿਗ ਹੋਣਗੇ, ਉਹਨਾਂ ਨੇ ਲਿਕਰ ਦੀ ਡਿਮਾਂਡ ਕੀਤੀ, ਲਿਕਰ ਉਹਨਾਂ ਨੂੰ ਦੇ ਦਿੱਤਾ ਗਿਆ। ਉਸ ਵਿਅਕਤੀ ਨੇ, ਇਹ ਸਾਰਾ ਸਬੂਤ ਹੈ ਜੀ, ਮੈਂ ਦੇਖ ਕੇ ਤਾਂ ਗੱਲ ਕਰ ਰਿਹਾ ਜੀ, ਇਹ ਸਾਰਾ ਸਬੂਤ ਹੈ, CCTV ਫੁਟੇਜ ਹੈ ਕਿ ਉਹ ਵਿਅਕਤੀ ਲੈ ਰਿਹਾ ਹੈ, ਲੈ ਕੇ ਉਹਨਾਂ ਵਿਅਕਤੀਆਂ ਨੂੰ ਸਰਵ ਕਰ ਰਿਹਾ ਹੈ ਜਿਨ੍ਹਾਂ ਨੂੰ ਨਾਬਾਲਿਗ ਕਿਹਾ ਜਾ ਰਿਹਾ ਹੈ। ਉਹ ਆਪ ਸਰਵ ਕਰ ਰਿਹਾ ਹੈ ਔਰ ਫਿਰ ਉਹਨੇ ਫੋਨ ਤੇ ਕਿਸੇ ਦੇ ਨਾਲ ਗੱਲ ਕੀਤੀ ਔਰ 10 सेकंड ਦੇ ਅੰਦਰ ਅੰਦਰ ਪੁਲਿਸ ਆ ਕੇ ਰੇਡ ਕਰ ਰਹੀ ਹੈ। ਇਟ ਮੀਨਸ ਕਿ ਜੋ 2 ਤਰੀਕ ਵਾਲਾ FIR ਸੇਮ ਰੈਸਟੋਰੈਂਟ ਤੇ ਜਿਹੜਾ ਹੋਇਆ ਹੈ ਉਹ ਬਹੁਤ ਹੀ ਗਲਤ ਤਰੀਕੇ ਦੇ ਨਾਲ ਔਰ ਪਲਾਨਡ ਤਰੀਕੇ ਦੇ ਨਾਲ ਕੀਤਾ ਗਿਆ ਜੀ। ਮੈਂ ਇਸ ਸੰਬੰਧ ਦੇ ਵਿੱਚ CP ਸਾਹਿਬ ਦੇ ਨਾਲ ਗੱਲ ਕੀਤੀ, ਸਾਰੀ ਡਿਟੇਲ, ਤਾਂ ਉਹਨਾਂ ਨੇ ਇਸ ਦੀ ਇਨਕੁਆਇਰੀ ਵੀ ਲਗਾਈ ਹੈ। ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਤੁਸੀਂ ਇਸ ਮਸਲੇ ਨੂੰ ਆਪਣੇ ਲੈਵਲ ਤੇ ਡੀਲ ਕਰੋ, ਕਿਉਂਕਿ ਥੱਲੇ ਜੇਕਰ ਤੁਸੀਂ ਮਾਰਕ ਕਰੋਗੇ ਤਾਂ ਸਿਸਟਮ ਪੁਰਾਣਾ ਵਾਲਾ ਹੀ ਹੈ ਔਰ ਇਹ ਆਪਸ ਦੇ ਵਿੱਚ ਹੀ ਗੜਬੜੀ ਕਰ ਲੈਣਗੇ। ਤਾਂ ਮੈਂ ਤੁਹਾਨੂੰ ਇਸ ਕਰਕੇ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੇ ਨਾਲ ਮੇਰੀ ਡਿਟੇਲ ਮੀਟਿੰਗ ਹੋਈ ਹੈ। ਹੋਟਲ ਐਸੋਸੀਏਸ਼ਨ, ਰੈਸਟੋਰੈਂਟ ਐਸੋਸੀਏਸ਼ਨ ਤੇ ਰਿਜ਼ੋਰਟ ਐਸੋਸੀਏਸ਼ਨ, ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਨਾਰਥ ਹਲਕੇ ਦੇ ਵਿੱਚ ਇਹ ਸਾਰਾ ਕੁਝ ਇਧਰ ਹੀ ਹੈ। ਤਾਂ ਜੇਕਰ ਮੰਨ ਲਓ ਇਹਨਾਂ ਨੂੰ ਕੋਈ ਪਰੇਸ਼ਾਨੀ ਹੋਊਗੀ ਤਾਂ ਇਹ ਕਿੱਥੇ ਜਾਣਗੇ? ਮੇਰੇ ਕੋਲ ਆਉਣਗੇ। ਮੈਂ ਪੁਲਿਸ ਨੂੰ ਜਾਂ ਸਰਕਾਰ ਨੂੰ ਮੈਂ ਕਹਾਂਗਾ, ਸਾਡੀ ਸਰਕਾਰ ਦੀ ਸਿੱਧੀ ਪਾਲਿਸੀ ਹੈ ਕਿ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਵੇ ਔਰ ਮੈਂ ਬਾਰ-ਬਾਰ ਇਹਨਾਂ ਨੂੰ ਇਹੀ ਕਹਿੰਦਾ ਕਿ ਤੁਸੀਂ ਰੂਲ ਰੈਗੂਲੇਸ਼ਨ ਫੋਲੋ ਕਰੋ ਔਰ ਸਾਡੇ ਵੱਲੋਂ ਪੂਰਾ ਪ੍ਰੋਟੈਕਸ਼ਨ ਹੈ। ठीक है, लेकिन इसके बावजूद भी जेकर पुलिस अपना पुराना तौर तरीका जिस दे खिलाफ असी लड़ाई लड़के आम आदमी पार्टी की सरकार लेके आए हैं, आम पब्लिक लेके आई है, वही सिस्टम चलता रहूगा तो फिर की होगा? बिजनेसमैन अमृतसर छड़ के चले जाएंगे जी। इस करके मेरा फर्ज बनता है कि इन्हों असी ये आश्वासन दईए और डिटेल मीटिंग करके इन्हों मैं आश्वासन दिता। ਇਹ ਚੀਜ਼ ਮੈਂ ਸਰਕਾਰ ਦੀ ਨੋਟਿਸ ਦੇ ਵਿੱਚ ਲਿਆਂਦੀ। ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਇਹ ਸਾਰਾ ਮਸਲਾ ਆਪਣੇ ਲੈਵਲ ਦੇ ਉੱਤੇ ਸੋਲਵ ਕਰੋ। ਉਹਨਾਂ ਨੇ ਇਨਕੁਆਇਰੀ ਮਾਰਕ ਕਰ ਦਿੱਤੀ ਹੈ ਔਰ ਰਣਜੀਤ ਐਵਨਿਊ ਏਰੀਏ ਤੋਂ ਬਾਹਰ, ਇਵਨ ਜੋ ਸਿਵਲ ਲਾਈਨ ਸਬ ਡਿਵੀਜ਼ਨ ਹੈ ਨਾਰਥ ਦਾ, ਉਸ ਤੋਂ ਬਾਹਰ ਉਹਨਾਂ ਨੇ ਤਫਤੀਸ਼ ਦੇ ਦਿੱਤੀ ਹੈ। ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਇਨਵੈਸਟੀਗੇਸ਼ਨ ਹੋ ਜਾਏਗਾ। ਲੇਕਿਨ ਮੈਂ ਬਾਰ-ਬਾਰ यही कर रहे हैं कि पुलिस नूं नहीं चाहिए है कि वो किसी खास व्यक्ति नूं, खास रेस्टोरेंट नूं टारगेट करेगी। मैं तुहानूं एग्जाम्पल भी दिता कि पहला भी इन्होंने इस तरह किया सी और मैं DGP साहब की नोटिस दे विच गल लियांदी सी। उन्होंने इनकुआयरी करा के फिर SHO की बदली कराई सी।
तो जो सिस्टम है सिस्टम वधिया तरीके दे नाल चलना चाहिए है। व्यापारी दे मन ते बोझ नहीं होना चाहिए है। और मैं क्लीयर इन्हां नूं कीता कि तुसीं रूल फॉलो करो, अपना लाइसेंस लेके अपना काम करो और मैं बतौर MLA तुहानूं फैसिलिटेट करांगा जेकर तुहानूं लाइसेंस दे विच जां किसी चीज़ दे विच कोई परेशानी आ रही है। और किसी किस्म की इन्हां नूं परेशानी असीं नहीं आउण देवांगे। लोकी अपना बिजनेस खुल के करन जी। तुसीं किसी रेस्टोरेंट वालिਆਂ ਨੂੰ एक दे नाल मेरी गल होई, वो ये कह रहे हैं कि देखो जिस तरीके दे नाल सेकेंड FIR 2 तारीख ਨੂੰ प्लांट होया किसी ते अफीम ही पुलिस रख दे। वो ये उन्हों का कहना है कि पुलिस वाले अफीम ही रख देन, हेरोइन रख के साडे ते परचा दे देन तो असीं कित्थे जावांगे जी। तो इस तरह का डर किसी ते नहीं होना चाहिए है जी। तो डर का माहौल, सहम का माहौल जो है उसनूं दूर करने वास्ते आज मैं इन्हां दे नाल मीटिंग की। मीटिंग करके मेरा फर्ज बनता सी कि तुहाडे सामने भी ये गल रख दी जाए। और असीं जो पुलिस कमिश्नर साहब ने उन्होंने सारा कुछ दस के सानू पूरा विश्वास है कि ये वो जस्टिस दिलवाउणगे। असी सरकार की नोटिस दे विच भी लिया चुके हाँ। मैं हमेशा सिस्टमैटिक तरीके दे नाल काम करता हूँ। जदों तुहाडा चीफ मिनिस्टर आके इत्थे मीटिंग कर रहा है, सारे नुमाइंदियां नूं बुला के उन्होंने कह रहा है कि तुसीं अपना बिजनेस करो, तो जेकर लोकल पुलिस या लोकल कोई सिस्टम उहदे विच अड़ंगा डाल रहा है तो यह गलत गल है। तो इस चीज़ नूं सरकारी तौर पर भी सीरीयसली डील किया जाऊगा। इनकुआरी हो लें दो और हरेक सबूत साढ़े कोल है और कोर्ट कचहरी भी है। पहला भी इन्होंने इस तरीके दे नाल कीता सी। जो पैसा नहीं दे रहा है, इन्हां दा काम है पैसा वसूलना जी। रंजीत एवेन्यू थाने का काम ही है पैसा वसूलना। तुसीं चेक करो, जो मैं DGP साहब नूं कंप्लेंट दी सी, इनकुआरी करा के उन्होंने बदली करवाई सी और इनकुआरी भी उन्होंने मतलब बहुत हाई लेवल पर करवाई सी। ये गल साबित हो गई सी। तो रंजीत एवेन्यू पुलिस स्टेशन आज की तारीख दे विच देखो चोरी, डकैती, स्नैचिंग, ये सारा कुछ तुसीं देखो आम ही डेली का काम है उत्थे। और पब्लिक का विश्वास उठ गया है पुलिस तो। लेकिन पुलिस लगी हुई है होटल वालियां नूं, रेस्टोरेंट वालियां नूं तंग परेशान करन दे विच। ये सिस्टम है जी। इस बारे में इन्हां दे नाल मीटिंग करके तुहानूं भी जानू करवा रहे हैं कि इन्हां वास्ते मैं बतौर MLA ते सरकार भी इन्हां दे नाल 24 आवर खड़ी है और इन्हों कोई किसी किस्म की परेशानी असी नहीं आउण देवांगे। और जेकर कोई परेशान करने का प्रयास करेगा उसके खिलाफ कार्रवाई जरूर होगी। किसी भी कोई घटना होती है तो सब तो पहले पुलिस को जाता है। पुलिस से तो तुसीं आप कहता भी सुनाई नहीं होती, तो आम बंदा जाएगा तो जाएगा कितने? मैं तो यही तुहानूं कह रहे हैं जी, यही कह रहे हैं। आज भी देखो, आज भी कोई मेरे को आए सीगे जी, ठीक है कि नहीं, तो कि फोन करो जी थाने दे विच और कोई वारदात होई सीगी। मैं नंबर दे के उन्होंने कहा कि आप तुसीं 9 बारी उन्होंने कॉल की SHO नूं। मैं ना पुलिस स्टेशन दे बारे दसांगा ना किसी अफसर दे बारे। आज की गल तुहानूं करें 9 कॉल, मैं भी 6 बारी कॉल की, अगले ने फोन नहीं उठाया जी। हो सकता है कि मेरा नंबर सेव ना होवे ओदे कोल। वो सब नेट शैल पुलिस ही क्राइम करा रही है, पुलिस ही नशा बका रही है, पुलिस ही हुक्का बार ते दड़े सट्टे दा कारोबार करा रही है। देखो जो हुक्का बार जेकर चल रहा है ना, तो पुलिस दी मिली भुगत के बगैर कोई भी ऑर्गेनाइज्ड क्राइम नहीं चल सकता है जी। कोई भी ऑर्गेनाइज्ड क्राइम पुलिस दी मिली भुगत के बगैर नहीं चल सकता है। पर सर तुहाडे 9 कॉल्स करके फिर फोन चुक्या गया जी? नहीं, जदों उन्होंने पता लग गया कि ये MLA नॉर्थ का मतलब फोन है, फिर तो तुरंत फोन आ गया जी, तुरंत फोन आ गया। किदां दे ने थोड़ी अपनी सरकार है, पुलिस भी वो तो सिस्टम नूं ठीक किया जा रहा है, तां ही तुहानूं दस रहे हैं। ट्रांसपेरेंसी पूरी है सरकार दे विच। सुनो, साडी सरकार किसी नूं छड्डदी है तो दसो, ना अपने मंत्री नूं छड्डदी है, ना किसी MLA नूं, ना किसी अफसर नूं।